ਦੱਸਦੇ ਸੀ ਤੁਹਾਨੂੰ ਕੋਈ ਆਪ ਘਰਾਂ 'ਚ ਵਿਚਾਰਾਂ ਹੁੰਦੀਆਂ ਨੇ ਕਿ ਅਸੀਂ ਮੈਂ ਸੰਘਰਸ਼ ਕਰਨ ਚੱਲੇ ਹਾਂ, ਤੁਹਾਨੂੰ ਕੀ ਦੱਸ ਕੇ ਗਏ ਸੀ? ਇਹੋ ਸਾਨੂੰ ਆਂਦੇ ਮੈਂ ਸੰਘਰਸ਼ ਜਿੱਤ ਕੇ ਆਉਣਾ। ਹਾਂ, ਸਾਨੂੰ ਜਾਂਦੀ ਵਾਰ ਇਹੋ ਆਖ ਕੇ ਗਿਆ ਮੈਂ ਸੰਘਰਸ਼ ਜਿੱਤ ਕੇ ਹੀ ਆਊਂਗਾ, ਉਹਨਾਂ ਚਿਰ ਮੈਂ ਵਾਪਸ ਨਹੀਂ ਆਉਣਾ। ਤੇ ਸਾਨੂੰ ਬਹੁਤ ਉਹਨਾਂ ਤੇ ਫਖਰ ਆ ਵੀ ਉਹਨਾਂ ਸ਼ਹੀਦੀ ਜਿਹੜੀ ਪਾਈ ਹੈ, ਬਹੁਤ ਸਾਨੂੰ ਫਖਰ। ਜੇ ਨਾ ਇਹ ਮੋਦੀ ਕਾਨੂੰਨ ਕਾਲੇ ਨਾ ਰੱਦ, ਅਸੀਂ ਵੀ ਜਾਵਾਂਗੇ। ਉਹ ਜਿੱਦਾਂ ਉਹ ਗਏ ਸੀ ਉਹਨਾਂ ਦੇ ਨਾਲ ਮਗਰ ਅਸੀਂ ਵੀ ਜਾਵਾਂਗੇ। ਮੈਨੂੰ ਆਪਣੇ ਪਿਤਾ ਦੀ ਸ਼ਹਾਦਤ 'ਤੇ ਬੜਾ ਮਾਣ ਹੈ ਕਿ ਉਹ ਕਿਸੇ ਦੇ ਦੇਸ਼ ਦੇ ਹੱਕਾਂ ਦੇ ਲੜਦੇ ਸ਼ਹੀਦ ਹੋਏ ਨੇ। ਇਸ ਗੱਲ ਦਾ ਫਖਰ ਹੈ, ਬਸ ਇਸ ਗੱਲ ਦਾ ਦੁੱਖ ਵੀ ਹੈ ਕਿ ਜੋ ਮੇਰੇ ਪਿਤਾ ਜੀ, ਕਿਉਂਕਿ ਸਾਡਾ ਸਾਰਾ ਸਰਕਲ ਹੀ ਘਰ ਦਾ ਜਿਹੜਾ ਉਹ ਮੇਰੇ ਪਿਤਾ ਦੇ ਸਿਰ 'ਤੇ ਚੱਲਦਾ ਸੀ। ਬਾਕੀ ਅਸੀਂ ਹੁਣ ਇਹ ਆ ਕਿ ਛੋਟੇ ਦੀ ਕਜ਼ਨ ਦਾ ਮੇਰੇ ਬ੍ਰਦਰ ਦਾ ਵਿਆਹ ਸੀ, ਉਹਦੇ ਕਰਕੇ ਉਹਨਾਂ ਨੂੰ ਵਾਪਸੀ ਆਉਣਾ ਪਿਆ ਆ। ਬੇਟੇ ਦੇ ਵਿਆਹ ਧਰਿਆ ਸੀ ਤਾਂ ਆਂਦੇ ਵੀ ਮੈਂ ਹੁਣ ਆ ਜਾਂਦਾ, ਫੇਰ ਚੱਲ ਜੂਗਾ। ਆਂਦੇ ਬੇਟੇ ਦਾ ਵਿਆਹ ਕਰਕੇ ਮੈਂ ਫੇਰ ਚੱਲ ਜੂ, ਜੇ ਨਾ ਸੰਘਰਸ਼ ਵੀ ਨਾ ਹਟਿਆ ਤੇ ਮੈਂ ਫੇਰ ਜਾਊਂਗਾ। ਪਰ ਵੇਖਿਆ ਜਾਵੇ ਸਾਨੂੰ ਪਤਾ ਲੱਗਾ ਕਿ ਤੁਹਾਡੇ ਤੇ ਕੋਈ ਕਰਜ਼ਾ ਵੀ ਇਸ ਕਿਸਾਨ ਦੇ ਉੱਤੇ ਜਿਹੜਾ ਕਿ ਕੁਝ ਕਰਜ਼ਾ ਵੀ ਹੈਗਾ। 5 ਲੱਖ ਦਾ ਸਾਡਾ ਬੈਂਕ ਦਾ ਕਰਜ਼ਾ, 60,000 ਰੁਪਇਆ ਅਸੀਂ ਆੜਤੀ ਕੋਲ ਲਿਆ ਕੇ ਮਾੜਾ ਚੰਗਾ ਉਹਨੇ ਆਪਣਾ ਟਾਈਮ ਕੱਢਿਆ। ਦੇਖ ਲਓ 2 ਕਿੱਲੇ ਜ਼ਮੀਨ ਦੇ ਵਿੱਚੋਂ ਕੀ ਮਹਾ ਆਪਣਾ ਘਰ ਦਾ ਹੀ ਸਰਕਲ ਚੱਲਦਾ ਸੀ ਵੀ ਮੈਂ ਵੀ ਦਿਹਾੜੀ ਦੱਪਾ ਇੱਦਾਂ ਜਾਂਦਾ ਸੀ ਮਿਸਤਰੀ ਲੱਕੜ ਦੇ ਕੰਮ ਤੇ ਛੋਟਾ ਮੇਰਾ ਬ੍ਰਦਰ ਹੈ ਉਹ ਵੀ ਇੱਦਾਂ ਮੈਡੀਕਲ ਸਟੋਰ ਤੇ ਕਿਸੇ ਦੇ ਨਾਲ ਕੰਮ ਕਰਦਾ ਹੈ। 15,000 ਰੁਪਇਆ ਤੁਹਾਡਾ ਬਿਜਲੀ ਦਾ ਬਿੱਲ ਹੈ। ਇਹੀ ਦਰਸ਼ਕੋ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਇਹੀ ਕਿਸਾਨ ਦੀ ਇਹੋ ਪਲਾਨ ਹੁੰਦਾ ਕਿ ਜੇ ਅੱਜ ਉਹ ਬੰਬੀਆਂ ਦੇ ਘਰਾਂ ਦੇ ਬਿੱਲ ਨਹੀਂ ਤਰਨ ਡੇ ਤੇ ਕੱਲ ਨੂੰ ਬੰਬੀਆਂ ਦੇ ਬਿੱਲ ਕਿੱਦਾਂ ਤਰਨਗੇ। ਉਸ ਪਲਾਨ ਨੂੰ ਲੈ ਕੇ ਹੀ ਜਿਹੜੇ ਸੰਘਰਸ਼ ਚੱਲ ਰਹੇ ਨੇ ਕਿ ਜਿਹੜੇ ਕਾਲੇ ਕਾਨੂੰਨ ਜਿਹੜੇ ਆ ਉਹ ਕੈਂਸਲ ਕੀਤੇ ਜਾਣ ਤੇ ਜਿਹੜਾ 2020 ਜਿਹੜਾ ਬਿੱਲ ਆ ਉਹ ਵੀ ਜਿਹੜਾ ਬਿਜਲੀ ਦਾ ਬਿੱਲ ਆ ਉਹਨੂੰ ਵੀ ਰੱਦ ਕੀਤਾ ਜਾਵੇ। ਸਤਿ ਸ਼੍ਰੀ ਅਕਾਲ, ਪ੍ਰਾਈਮੋ ਦੇ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਜਗਜੀਤ ਸਿੰਘ। ਦਰਸ਼ਕੋ ਅੱਜ ਤੁਹਾਨੂੰ ਲੈ ਕੇ ਆਇਆ ਸਰਹੱਦੀ ਤਹਿਸੀਲ ਅਜਨਾਲਾ ਵਿੱਚ, ਜਿੱਥੇ ਕਿ ਇੱਕ ਬਲਬੀਰ ਸਿੰਘ ਦੇ ਨਾਂ ਦਾ ਕਿਸਾਨ ਸੀ ਜੋ ਕਿ ਦਿੱਲੀ ਵਿੱਚ ਚੱਲ ਰਹੇ ਸੰਘਰਸ਼ ਦੇ ਵਿੱਚ ਜਿਹੜਾ ਸੰਘਰਸ਼ ਲੜਨ ਲਈ ਗਏ ਸੀ, ਪਰ ਦਿੱਲੀ ਵਿੱਚ ਹੀ ਵਾਪਸੀ ਆਉਂਦਿਆਂ ਅਚਾਨਕ ਹੀ ਉਹਨਾਂ ਦੀ ਰਸਤੇ ਵਿੱਚ ਮੌਤ ਹੋ ਜਾਂਦੀ ਹੈ ਤੇ ਉਹਨਾਂ ਵੱਲੋਂ ਉਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਉਹਨਾਂ ਦੇ ਪਿੰਡ ਜੱਦੀ ਪਿੰਡ ਅਸੀਂ ਤੁਹਾਨੂੰ ਲੈ ਕੇ ਆਏ ਅੱਜ ਬੱਗੇ ਕਲਾਂ ਵਿੱਚ, ਜਿੱਥੋਂ ਦੇ ਕਿ ਉਹ ਰਹਿਣ ਵਾਲੇ ਵਸਨੀਕ ਸੀਗੇ। ਉਹਨਾਂ ਦੇ ਅਸੀਂ ਘਰ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਕਿ ਉਹ ਕਿਸ ਗਰੀਬੀ ਦੇ ਹਾਲਾਤਾਂ ਵਿੱਚ ਰਹਿ ਰਹੇ ਨੇ, ਕਿਉਂਕਿ ਇਸ ਵੇਲੇ ਜੇ ਅਸੀਂ ਗੱਲ ਕਰੀਏ ਤਾਂ ਉਹਨਾਂ ਦੇ ਉੱਤੇ ਕੋਈ ਕਰਜ਼ੇ ਵੀ ਦੱਸੇ ਜਾ ਰਹੇ ਨੇ, ਕਰਜ਼ੇ ਨੇ। ਤੇ ਜੇ ਉਹਨਾਂ ਦਾ ਸਾਰੇ ਕੰਮ ਦੀ ਗੱਲ ਕਰੀਏ ਇਸ ਵੇਲੇ ਤੇ ਤੁਹਾਨੂੰ ਦਿਖਾ ਰਹੇ ਕਿ ਉਹਨਾਂ ਦੇ ਘਰ ਦੇ ਵਿੱਚ ਦੇਖੋ ਜਿੱਦਾਂ ਉਹਨਾਂ ਨੇ ਕਿਸਾਨਾਂ ਦੇ ਝੰਡੇ ਲਗਾਏ ਹੋਏ ਨੇ, ਪ੍ਰੋਪਰ ਝੰਡੇ ਲਗਾ ਕੇ ਪੂਰੀ ਹੀ ਆਪਣੀ ਜਿਹੜੀ ਕਮੇਟੀਆਂ ਕਿਸਾਨ ਕਮੇਟੀਆਂ ਨੇ ਉਹਨਾਂ ਦੇ ਨਾਲ ਸੰਘਰਸ਼ ਦੇ ਵਿੱਚ ਪੂਰਾ ਹੀ ਤੌਰ 'ਤੇ ਜਿਹੜਾ ਵਿੱਢਿਆ ਗਿਆ ਸੀ ਉਸ ਵਿੱਚ ਸਾਥ ਦਿੱਤਾ ਜਾ ਰਿਹਾ ਸੀ। ਉਸ ਦੇ ਚੱਲਦੇ ਤੁਹਾਨੂੰ ਵਿਖਾ ਰਹੇ ਹਾਂ ਅਸੀਂ ਸਰਹੱਦੀ ਤਹਿਸੀਲ ਅਜਨਾਲਾ ਦੇ ਪਿੰਡ ਬੱਗੇ ਕਲਾਂ ਵਿੱਚ ਕਿ ਇਹ ਉਸ ਗਰੀਬ ਕਿਸਾਨ ਦਾ ਘਰ ਹੈ, ਜਿੱਥੇ ਕਿ ਉਹ ਇੱਕ 2 ਵਕਤ ਦੀ ਰੋਟੀ ਦੀ ਜਿਹੜੀ ਗੱਲ ਹੁੰਦੀ ਹੈ ਕਿਸਾਨ ਕਰਦਾ ਹੈ ਤੇ ਰੋਟੀ ਵਾਸਤੇ ਹੀ ਭੱਜਾ ਫਿਰਦਾ ਹੈ, ਪਰ ਉਹਨਾਂ ਕਾਨੂੰਨਾਂ ਨੂੰ ਹੀ ਰੱਦ ਕਰਵਾਉਣ ਵਾਸਤੇ ਜਿਹੜੇ ਦਿੱਲੀ ਸੰਘਰਸ਼ ਲੜ ਰਹੇ ਨੇ ਤੁਹਾਨੂੰ ਅਸੀਂ ਵਿਖਾ ਰਹੇ ਹਾਂ। ਇਹ ਉਹਦਾ ਗਰੀਬ ਦਾ ਕਿਸਾਨ ਦਾ ਘਰ ਆ, ਤੁਹਾਨੂੰ ਅਸੀਂ ਵਿਖਾ ਰਹੇ ਹਾਂ ਉਹ ਕਿਸਾਨ ਦਾ ਘਰ ਕਿ ਉਹ ਜਿਸ ਹਾਲਾਤ ਦੇ ਵਿੱਚ ਕਿਸਾਨ ਰਹਿ ਰਿਹਾ ਸੀ। ਉਹਨਾਂ ਦੇ ਘਰ ਦੇ ਜੀ ਸਾਡੇ ਨਾਲ ਇੱਥੇ ਮੌਜੂਦ ਨੇ, ਅਸੀਂ ਉਹਨਾਂ ਨਾਲ ਗੱਲ ਵੀ ਕਰਾਂਗੇ। ਹਾਂਜੀ ਭੈਣ ਜੀ, ਭਾਜੀ ਬਲਬੀਰ ਸਿੰਘ ਜੀ ਦਾ ਜਿਹੜਾ ਉਹਨਾਂ ਨੂੰ ਰਸਤੇ 'ਚ ਆਉਂਦਿਆਂ ਜਿਹੜਾ ਸ਼ਹੀਦੀ ਹੋ ਗਈ ਉਹਨਾਂ ਨੂੰ ਸ਼ਹੀਦੀ ਦਾ ਦਰਜਾ ਦਿੱਤਾ ਜਾਵੇ, ਅਸੀਂ ਉਸ ਵਾਸਤੇ ਅਸੀਂ ਅੱਜ ਤੁਹਾਡੇ ਕੋਲ ਪੁੱਛ ਲਈ ਆਏ ਹਾਂ। ਕੀ ਕਹਿਣਾ ਚਾਹੁੰਦੇ ਹੋ ਤੁਸੀਂ ਉਹਨਾਂ ਦੀ ਜਿਹੜੀ ਸ਼ਹਾਦਤ ਹੋਈ ਆ? ਸਾਨੂੰ ਬਹੁਤ ਉਹਨਾਂ ਦੇ ਮਾਣ ਕਿ ਕਿਸਾਨ ਸੰਘਰਸ਼ ਚੱਲ ਰਿਹਾ ਸੀ, ਉਹ 'ਚ ਉਹਨਾਂ ਸ਼ਹੀਦੀ ਪਾਈ ਹੈ ਤੇ ਸਾਨੂੰ ਬਹੁਤ ਉਹਨਾਂ ਤੇ ਫਖਰ ਆ ਵੀ ਉਹਨਾਂ ਸ਼ਹੀਦੀ ਜਿਹੜੀ ਪਾਈ ਹੈ, ਬਹੁਤ ਸਾਨੂੰ ਫਖਰ। ਜੇ ਨਾ ਇਹ ਮੋਦੀ ਕਾਨੂੰਨ ਕਾਲੇ ਨਾ ਰੱਦ, ਅਸੀਂ ਵੀ ਜਾਵਾਂਗੇ। ਉਹ ਜਿੱਦਾਂ ਉਹ ਗਏ ਸੀ ਉਹਨਾਂ ਦੇ ਨਾਲ ਮਗਰ ਅਸੀਂ ਵੀ ਜਾਵਾਂਗੇ। ਕੀ ਦੱਸਦੇ ਸੀ ਤੁਹਾਨੂੰ ਕੋਈ ਆਪ ਘਰਾਂ 'ਚ ਵਿਚਾਰਾਂ ਹੁੰਦੀਆਂ ਨੇ ਕਿ ਅਸੀਂ ਮੈਂ ਸੰਘਰਸ਼ ਕਰਨ ਚੱਲੇ ਹਾਂ, ਤੁਹਾਨੂੰ ਕੀ ਦੱਸ ਕੇ ਗਏ ਸੀ? ਇਹੋ ਸਾਨੂੰ ਆਂਦੇ ਮੈਂ ਸੰਘਰਸ਼ ਜਿੱਤ ਕੇ ਆਉਣਾ। ਹਾਂ, ਸਾਨੂੰ ਜਾਂਦੀ ਵਾਰ ਇਹੋ ਆਖ ਕੇ ਗਿਆ ਮੈਂ ਸੰਘਰਸ਼ ਜਿੱਤ ਕੇ ਹੀ ਆਊਂਗਾ, ਉਹਨਾਂ ਚਿਰ ਮੈਂ ਵਾਪਸ ਨਹੀਂ ਆਉਣਾ। ਤੇ ਕੀ ਗੱਲ ਉਹਨਾਂ ਨੂੰ ਕਿਉਂ ਵਾਪਸ ਆਉਣਾ ਪਿਆ ਘਰ? ਬੇਟੇ ਦੇ ਵਿਆਹ ਧਰਿਆ ਸੀ ਤਾਂ ਆਂਦੇ ਵੀ ਮੈਂ ਹੁਣ ਆ ਜਾਂਦਾ, ਫੇਰ ਚੱਲ ਜੂਗਾ। ਆਂਦੇ ਬੇਟੇ ਦਾ ਵਿਆਹ ਕਰਕੇ ਮੈਂ ਫੇਰ ਚੱਲ ਜੂ, ਜੇ ਨਾ ਸੰਘਰਸ਼ ਵੀ ਨਾ ਹਟਿਆ ਤੇ ਮੈਂ ਫੇਰ ਜਾਊਂਗਾ। ਪਰ ਵੇਖਿਆ ਜਾਵੇ ਸਾਨੂੰ ਪਤਾ ਲੱਗਾ ਕਿ ਤੁਹਾਡੇ ਤੇ ਕੋਈ ਕਰਜ਼ਾ ਵੀ ਇਸ ਕਿਸਾਨ ਦੇ ਉੱਤੇ ਜਿਹੜਾ ਕਿ ਕੁਝ ਕਰਜ਼ਾ ਵੀ ਹੈਗਾ। 5 ਲੱਖ ਦਾ ਸਾਡਾ ਬੈਂਕ ਦਾ ਕਰਜ਼ਾ, 60,000 ਰੁਪਇਆ ਅਸੀਂ ਆੜਤੀ ਕੋਲ ਲਿਆ ਕੇ ਮਾੜਾ ਚੰਗਾ ਉਹਨੇ ਆਪਣਾ ਟਾਈਮ ਕੱਢਿਆ। ਤੇ ਸਾਈਂ ਪਰਿਵਾਰ ਸਾਨੂੰ ਇਹ ਮੰਗਿਆ ਵੀ ਸਰਕਾਰ ਸਾਡੀ ਵੱਧ ਤੋਂ ਵੱਧ ਮੱਤ ਕੇ ਇੱਕ ਬੇਟੇ ਸਾਡੇ ਨੌਕਰੀ ਸਰਕਾਰੀ ਦਿੱਤੀ ਜਾਣੀ ਚਾਹੀਦੀ। ਸਾਡੀ ਇਹੋ ਮੰਗ ਹੈ ਸਰਕਾਰ ਕੋਲ, ਇੱਕ ਮੇਰੀ ਪੈਨਸ਼ਨ ਲੱਗਣੀ ਚਾਹੀਦੀ ਹੈ। ਹੋਰ ਸਾਡੀ ਸਰਕਾਰ ਕੋਲ ਮੰਗ ਇਹੋ ਹੀ ਆ। ਤੁਸੀਂ ਵੇਖ ਰਹੇ ਹੋ ਕਿ ਉਹ ਕਿਸਾਨ ਜਿਹੜਾ ਵਾ ਉਹਦੇ ਕਿਰਿਆਕਰਮ ਕਰਨ ਲਈ ਵੀ ਜਿਹੜੇ ਉਹਨਾਂ ਨੂੰ ਪੈਸੇ ਕਹਿ ਰਹੇ ਨੇ ਕਿ ਸਾਨੂੰ 60,000 ਕਰਜ਼ਾ ਲੈਣਾ ਪਿਆ ਵਾ। ਸਾਡੇ ਨਾਲ ਇੱਥੇ ਹੋਰ ਵੀ ਉਹਨਾਂ ਦੇ ਬੇਟਾ ਹੈਗੇ ਨੇ, ਆਪਾਂ ਉਹਨਾਂ ਨਾਲ ਗੱਲ ਕਰਾਂਗੇ। ਹਾਂਜੀ ਵੀਰ ਜੀ, ਕੀ ਨਾਂ ਤੁਹਾਡਾ ਜੀ? ਸ਼ਮਸ਼ੇਰ ਸਿੰਘ ਜੀ। ਤੁਹਾਡੇ ਫਾਦਰ ਸਾਹਿਬ ਦੀ ਜਿਹੜੀ ਦੇਹਾਂਤ ਹੋ ਗਿਆ, ਉਹਨਾਂ ਦੀ ਸ਼ਹਾਦਤ ਹੋ ਗਈ ਆ ਕਿਸਾਨੀ ਸੰਘਰਸ਼ ਲੜਦਿਆਂ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਤੁਸੀਂ? ਵੇਖੋ ਜੀ, ਪਹਿਲਾਂ ਤਾਂ ਮੈਨੂੰ ਆਪਣੇ ਪਿਤਾ ਦੀ ਸ਼ਹਾਦਤ 'ਤੇ ਬੜਾ ਮਾਣ ਹੈ ਕਿ ਉਹ ਕਿਸੇ ਦੇ ਦੇਸ਼ ਦੇ ਹੱਕਾਂ ਦੇ ਲੜਦੇ ਸ਼ਹੀਦ ਹੋਏ ਨੇ। ਇਸ ਗੱਲ ਦਾ ਫਖਰ ਹੈ, ਬਸ ਇਸ ਗੱਲ ਦਾ ਦੁੱਖ ਵੀ ਹੈ ਕਿ ਜੋ ਮੇਰੇ ਪਿਤਾ ਜੀ, ਕਿਉਂਕਿ ਸਾਡਾ ਸਾਰਾ ਸਰਕਲ ਹੀ ਘਰ ਦਾ ਜਿਹੜਾ ਉਹ ਮੇਰੇ ਪਿਤਾ ਦੇ ਸਿਰ 'ਤੇ ਚੱਲਦਾ ਸੀ। ਬਾਕੀ ਅਸੀਂ ਹੁਣ
ਇਹ ਆ ਕਿ ਛੋਟੇ ਦੀ ਕਜ਼ਨ ਦਾ ਮੇਰੇ ਬ੍ਰਦਰ ਦਾ ਵਿਆਹ ਸੀ, ਉਹਦੇ ਕਰਕੇ ਉਹਨਾਂ ਨੂੰ ਵਾਪਸੀ ਆਉਣਾ ਪਿਆ ਆ। ਕਿੰਨੀ ਪੈਲੀ ਹੈ ਵੀਰ ਜੀ ਆਪਣੇ ਕੋਲ ਜਿਹੜੀ ਤੁਸੀਂ ਕਿਸਾਨੀ ਕਰਦੇ ਹੋ, ਕਿੰਨੇ ਖੱਤਿਆਂ 'ਚ ਕਰਦੇ ਹੋ? ਪੈਲੀ ਆਂਟੀ 2 ਕਿੱਲੇ ਜ਼ਮੀਨ ਹੀ, ਜੋ ਕਿ ਦੇਖ ਲਓ 2 ਕਿੱਲੇ ਜ਼ਮੀਨ ਦੇ ਵਿੱਚੋਂ ਕੀ ਮਹਾ ਆਪਣਾ ਘਰ ਦਾ ਹੀ ਸਰਕਲ ਚੱਲਦਾ ਸੀ ਵੀ ਮੈਂ ਵੀ ਦਿਹਾੜੀ ਦੱਪਾ ਇੱਦਾਂ ਜਾਂਦਾ ਸੀ ਮਿਸਤਰੀ ਲੱਕੜ ਦੇ ਕੰਮ ਤੇ ਛੋਟਾ ਮੇਰਾ ਬ੍ਰਦਰ ਹੈ ਉਹ ਵੀ ਇੱਦਾਂ ਮੈਡੀਕਲ ਸਟੋਰ ਤੇ ਕਿਸੇ ਦੇ ਨਾਲ ਕੰਮ ਕਰਦਾ ਹੈ। ਬੜੀ ਮਾਣ ਵਾਲੀ ਗੱਲ ਹੈ, ਚਲੋ ਸ਼ਹਾਦਤ ਹੋ ਜਾਣੀ ਉਹਨਾਂ ਦੀ, ਕਿਉਂਕਿ ਇਹ ਬੜਾ ਵੱਡਾ ਸੰਘਰਸ਼ ਹੈ ਜਿਹੜਾ ਅੱਜ ਤੋਂ ਤਕਰੀਬਨ ਜੇ ਗੱਲ ਕਰੀਏ ਸੰਘਰਸ਼ ਚੱਲਦੇ ਨੂੰ 1 ਮਹੀਨਾ ਹੋ ਚੱਲਿਆ, ਅੱਜ 5ਵਾਂ ਦਿਨ ਖਤਮ ਹੋ ਗਿਆ, 26ਵਾਂ ਦਿਨ ਚੱਲਦਾ ਪਿਆ ਵਾ। ਤੇ ਜੇ ਗੱਲ ਕਰੀਏ ਪੂਰੇ ਸੰਘਰਸ਼ ਦੇ 3 ਮਹੀਨੇ ਤਕਰੀਬਨ ਹੋ ਚੱਲੇ ਨੇ ਸੰਘਰਸ਼ ਲੜਦਿਆਂ ਨੂੰ, ਪਰ ਬੜਾ ਵੱਡਾ ਸੰਘਰਸ਼ ਹੈ। ਪਰ ਕਿਸੇ ਪਾਸਿਓਂ ਵੀ ਕਿਸੇ ਕੋਈ ਗੱਲ ਨਹੀਂ ਬਣਦੀ ਨਜ਼ਰ ਆ ਰਹੀ, ਪਰ ਫਿਰ ਵੀ ਤੁਹਾਡੇ ਫਾਦਰ ਸਾਹਿਬ ਜਿਹੜੇ ਆ ਬੜੀ ਸ਼ਹਾਦਤ ਨੂੰ ਉਹਨਾਂ ਨੇ ਹੱਥ ਪਾਇਆ। ਪਰ ਕਰਜ਼ੇ ਦੀ ਪੰਡ ਜਿਹੜੀ ਆ ਉਹ ਕਾਫੀ ਤੁਹਾਡੇ ਤੇ ਭਾਰੀ ਛੱਡ ਗਏ ਨੇ, ਕਿੰਨਾ ਕੁ ਕਰਜ਼ਾ ਸੀ ਤੁਹਾਡੇ ਤੇ? ਕਰਜ਼ਾ ਸਾਡੇ 5 ਲੱਖ ਰੁਪਈਆ ਕਰਜ਼ਾ ਸੀ ਜੋ ਜ਼ਮੀਨ ਤੇ ਸਾਡੇ ਹੈਗਾ ਆ, ਤੇ ਕੁਝ ਬਿੱਲ ਵਗੈਰਾ ਬਿਜਲੀ ਦਾ ਬਿੱਲ ਵੀ 15,000 ਰੁਪਇਆ ਹੈਗਾ ਆ। ਹਾਂਜੀ 15,000 ਰੁਪਈਆ ਤੁਹਾਡਾ ਬਿਜਲੀ ਦਾ ਬਿੱਲ ਹੈ। ਇਹੀ ਦਰਸ਼ਕੋ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਇਹੀ ਕਿਸਾਨ ਦੀ ਇਹੋ ਪਲਾਨ ਹੁੰਦਾ ਕਿ ਜੇ ਅੱਜ ਉਹ ਬੰਬੀਆਂ ਦੇ ਘਰਾਂ ਦੇ ਬਿੱਲ ਨਹੀਂ ਤਰਨ ਡੇ ਤੇ ਕੱਲ ਨੂੰ ਬੰਬੀਆਂ ਦੇ ਬਿੱਲ ਕਿੱਦਾਂ ਤਰਨਗੇ। ਉਸ ਪਲਾਨ ਨੂੰ ਲੈ ਕੇ ਹੀ ਜਿਹੜੇ ਸੰਘਰਸ਼ ਚੱਲ ਰਹੇ ਨੇ ਕਿ ਇਹ ਜਿਹੜੇ ਕਾਲੇ ਕਾਨੂੰਨ ਜਿਹੜੇ ਆ ਉਹ ਕੈਂਸਲ ਕੀਤੇ ਜਾਣਾ ਤੇ ਜਿਹੜਾ 2020 ਜਿਹੜਾ ਬਿੱਲ ਆ ਉਹ ਵੀ ਜਿਹੜਾ ਬਿਜਲੀ ਦਾ ਬਿੱਲ ਆ ਉਹਨੂੰ ਵੀ ਰੱਦ ਕੀਤਾ ਜਾਵੇ। ਵੀਰ ਜੀ ਕੀ ਮੰਗ ਕਰਦੇ ਹੋ ਸਰਕਾਰ ਕੋਲੋਂ ਤੁਸੀਂ? ਸਰਕਾਰ ਕੋਲ ਇਹੀ ਮੰਗ ਕਰਦੇ ਹਾਂ ਕਿ ਜੋ ਸਾਡਾ ਕਰਜ਼ਾ ਆ 5 ਲੱਖ ਰੁਪਈਆ ਉਹ ਸਾਡਾ ਵੀ ਮਾफ़ ਕੀਤਾ ਜਾਵੇ। ਬਾਕੀ ਇੱਕ ਛੋਟਾ ਮੇਰਾ ਜਾਂ ਕਿਸੇ ਨੂੰ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ, ਕਿਉਂਕਿ ਮੇਰੇ ਪਿਤਾ ਜੀ ਤੇ ਜੋ ਵੀ ਸ਼ਹਾਦਤ ਹੋ ਗਈ ਉਹਨਾਂ ਦੀ, ਕਿਉਂਕਿ ਮੇਰੇ ਮਾਤਾ ਜੀ ਵੀ ਜਿਹੜੇ ਆ ਕਿਉਂਕਿ ਉਹਨਾਂ ਦੇ ਸਿਰ ਤੇ ਤੁਰੇ ਫਿਰਦੇ ਸੀ। ਬਾਕੀ ਹੁਣ ਇਹਨਾਂ ਦਾ ਵੀ ਖਰਚਾ ਬੜਾ ਮੁਸ਼ਕਲ ਘਰ ਦਾ ਹੋ ਗਿਆ ਹੈ। ਮੈਂ ਇਹੋ ਮੰਗ ਕਰਦਾ ਸਰਕਾਰ ਕੋਲ ਮੇਰੀ ਮਾਤਾ ਦੀ ਪੈਨਸ਼ਨ ਲਗਾ ਦਿੱਤੀ ਜਾਵੇ। ਵੀਰ ਜੀ ਜੇ ਵੇਖਿਆ ਜਾਵੇ ਤਾਂ ਕਿਸਾਨ ਯੂਨੀਅਨ ਦੇ ਨਾਲ ਜਿਨ੍ਹਾਂ ਦੇ ਅੰਦੋਲਨ 'ਚ ਚੱਲਦੇ ਪਏ ਸੀ, ਕਿਸਾਨ ਸੀਗੇ ਆਪੋ, ਪਰ ਕਿਸੇ ਕਿਸਾਨ ਯੂਨੀਅਨ ਵੱਲੋਂ ਵੀ ਤੁਹਾਡੇ ਘਰ ਆਣ ਕੇ ਹਾਲ ਚਾਲ ਪੁੱਛਿਆ ਗਿਆ ਤੁਹਾਡਾ ਹੁਣ ਤੱਕ ਜੀ? ਹਾਂਜੀ ਯੂਨੀਅਨ ਨਾਲ ਪ੍ਰਧਾਨ ਵੱਲੋਂ ਹਾਲ ਚਾਲ ਪੁੱਛਿਆ ਪਰ ਹਜੇ ਕੋਈ ਮੰਨ ਲਓ ਕਿਸੇ ਵੱਲੋਂ ਕੋਈ ਸਹਾਇਤਾ ਨਹੀਂ ਮਿਲੀ ਹਜੇ। ਹਾਲੇ ਕਿਸੇ ਤਰ੍ਹਾਂ ਦੀ ਕੋਈ ਸਹਾਇਤਾ ਨਹੀਂ ਮਿਲੀ। ਤੇ ਸਹਾਇਤਾ ਕਰਨ ਦੀ ਕੋਈ ਗੱਲਬਾਤ ਕੀਤੀ ਗਈ ਹੈ ਕਿਸੇ ਯੂਨੀਅਨ ਨਾਲੋਂ ਤੁਹਾਡੇ ਨਾਲ? ਹਾਂਜੀ ਸਹਾਇਤਾ ਉਹਨਾਂ ਨੇ ਇਹੋ ਗੱਲ ਕੀਤੀ ਸੀ ਵੀ ਜਿੱਦਣ ਮੇਰੇ ਪਿਤਾ ਜਿੱਦਾਂ ਸ਼ਹੀਦੀ ਹੋਈ ਆ ਉਹ ਆਂਦੇ ਸੀ ਕਿ ਤੁਹਾਡਾ ਜੋ ਵੀ ਕਰਜ਼ਾ ਆ ਜਾਂ ਕਿੱਦਾਂ ਵੀ ਸਾਰਾ ਕੁਝ ਤੁਹਾਡਾ ਵੀ ਕਰਜ਼ਾ ਮਾफ़ ਕਰਾਵਾਂਗੇ। ਇਹ ਤੇ ਨੌਕਰੀ ਦੀ ਵੀ ਇਹਨਾਂ ਨੇ ਦੱਸ ਕੀਤੀ ਦਰਖਾਸਤ ਸੀ, ਨੌਕਰੀ ਇੱਕ ਜੀ ਨੂੰ ਦਿੱਤੀ ਜਾਊਗੀ। ਤੇ ਕਿਸੇ ਸਰਕਾਰੀ ਨੁਮਾਇੰਦੇ ਵੱਲੋਂ ਵੀ ਤੁਹਾਡੇ ਵੱਲ ਵਿਜ਼ਿਟ ਕੀਤਾ ਗਿਆ ਹੁਣ ਤੱਕ? ਕਿਸੇ ਮੰਤਰੀ ਸੰਤਰੀ ਵੱਲੋਂ ਜਿਹੜੇ ਵੋਟਾਂ ਮੰਗਣ ਲਈ ਆਉਂਦੇ ਉਹ ਤੁਹਾਡੇ ਕੋਲ ਅੱਜ ਤੱਕ ਪਹੁੰਚਿਆ ਕੋਈ? ਹਾਂਜੀ ਮੰਤਰੀ ਵੇਖੋ ਜੀ ਇੱਦਾਂ ਫੋਨ ਫਾਨ ਆਉਂਦੇ ਆ ਜਦੋਂ ਮੰਨ ਲਓ ਕਿਸੇ ਨੂੰ ਪਤਾ ਲੱਗਦਾ ਆ, ਬਾਕੀ ਅਜੇ ਤੱਕ ਕੋਈ ਕਿਸੇ ਵੱਲੋਂ ਨਹੀਂ ਹੋਈ। ਕਿਸੇ ਵੱਲੋਂ ਕੋਈ ਵੀ ਨਹੀਂ ਪਹੁੰਚਾ। ਦੇਖਣ ਵਾਲੀ ਗੱਲ ਦਰਸ਼ਕੋ ਤੋਂ ਹੀ ਹੈਗੀ ਹੈ ਕਿ ਇਹ ਉਹੀ ਕਿਸਾਨ ਨੇ ਜਿਹੜੇ ਵੋਟਾਂ ਪਾਉਂਦੇ ਨੇ ਤੇ ਮੰਤਰੀਆਂ ਨੂੰ ਜਿਤਾਉਂਦੇ ਨੇ, ਪਰ ਉਹਨਾਂ ਘਰ ਅੱਜ ਤੱਕ ਕਿਸੇ ਦਾ ਵਿਜ਼ਿਟ ਨਹੀਂ ਹੋਇਆ। ਸਾਡੇ ਨਾਲ ਇੱਥੇ ਇਹਨਾਂ ਦੇ ਕੋਈ ਰਿਸ਼ਤੇਦਾਰ ਵੀ ਆਏ ਨੇ, ਉਹਨਾਂ ਨਾਲ ਗੱਲ ਕਰਾਂਗੇ। ਭਾਈ ਸਾਹਿਬ ਜੀ ਇੱਥੇ ਅਸੀਂ ਪਹੁੰਚੇ ਹਾਂ ਤੇ ਬੜੀ ਮਾੜੀ ਗੱਲ ਹੋਈ ਹੈ ਜਿਹੜੀ ਭਾਈ ਸਾਹਿਬ ਦਾ ਦੇਹਾਂਤ ਹੋ ਗਿਆ, ਪਰ ਉਹ ਸ਼ਹਾਦਤ ਨੂੰ ਪਾ ਕੇ ਗਏ ਨੇ। ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਕਹਿਣਾ ਵੀ ਚਲੀ ਵੀ ਆਪਣਾ ਕਿਸਾਨ ਅੰਦੋਲਨ ਦੇ ਵਿੱਚ ਦਿੱਲੀ ਗਏ ਸੀ ਤੇ ਦਿੱਲੀੋਂ ਉਹਨਾਂ ਦੇ ਕੁਛ ਵੀ ਰਜੇਵਾਂ ਸੀ, ਕੋਈ ਇਹਨੇ ਬੇਟੇ ਦਾ ਵਿਆਹ ਰੱਖਿਆ ਸੀ, ਉਹਦੇ ਕਾਰਨ ਉਹਨਾਂ ਨੂੰ ਵਾਪਸੀ ਆਉਣਾ ਪਿਆ। ਵਾਪਸੀ ਆਉਂਦਿਆਂ ਉਹਨਾਂ ਦੀ ਇੱਦਾਂ ਸਾਜ਼ਤ ਹੋ ਗਈ। ਤੇ ਚਲੋ ਬਹੁਤ ਮਾਣ ਆ ਸਾਨੂੰ ਵੀ ਜਿਹੜਾ ਦਿੱਲੀ ਕਿਸਾਨ ਅੰਦੋਲਨ ਦੇ ਵਿੱਚ ਜਾ ਕੇ ਉਹਨਾਂ ਨੇ ਸਾਜ਼ਤ ਦਿੱਤੀ ਆ ਸਾਰੇ ਭੈਣ ਭਰਾਵਾਂ ਨੂੰ। ਤੇ ਚਲੋ ਜਿਹੜਾ ਉਹਨਾਂ ਦਾ ਘਾਟਾ ਤੇ ਨਹੀਂ ਪੂਰਾ ਹੋ ਸਕਦਾ, ਤੁਸੀਂ ਆਪ ਸਿਆਣੇ ਜੇ, ਤੇ ਘਾਟਾ ਦੇ ਚਲੋ ਜਿਹੜਾ ਨਹੀਂ ਕਰ ਸਕਦੇ ਅਸੀਂ, ਚਾਹੇ ਇਹ ਆ ਵੀ ਹਲਫ ਅਸੀਂ ਸਾਰੇ ਜਿੰਨੇ ਭੈਣ ਭਰਾ ਇਹਨਾਂ ਦੀ ਕਰਦੇ ਹਾਂ। ਹੋ ਰਿਹਾ ਵੀ ਜੋ ਕਿਸਾਨ ਸੰਘਰਸ਼ ਕਮੇਟੀ ਜਿਹੜੀ ਉਹ ਵੀ ਸਾਡੇ ਨਾਲ ਖੜੀ ਆ, ਜਿੰਨੀ ਇਹਨਾਂ ਦੀ ਹਦਾਇਤ ਹੋ ਸਕੀ ਕਰਾਂਗੇ। ਸਰਕਾਰ ਕੋਲੋਂ ਵੀ ਇਹੋ ਮੰਗ ਕੀਤੀ ਆ ਵੀ ਚਲੋ ਇੱਕ ਬੇਟੇ ਨੂੰ ਨੌਕਰੀ ਦਿੱਤੀ ਜਾਵੇ, ਭੈਣ ਜੀ ਉਹਨਾਂ ਨੂੰ ਇਹਨਾਂ ਦੀ ਪੈਨਸ਼ਨ ਲੱਗੀ ਜਾਵੇ, ਤੇ ਹੋਰ ਇਹਨਾਂ ਦਾ ਕਰਜ਼ਾ ਜੋ ਮੁਹੱਈਆ ਕੀਤਾ ਜਾਵੇ, ਸਰਕਾਰੀ ਕਰਜ਼ਾ ਇਹਨਾਂ ਦੀ ਪੈਲੀ ਦੇ ਉੱਤੇ ਲਿਮਟ ਵਗੈਰਾ ਹੈ, ਜਾਂ ਹੋਰ ਵੀ ਇਹਨਾਂ ਦਾ ਕਰਜ਼ਾ ਜਿਹੜਾ ਜਿੱਦਾਂ ਆੜ੍ਹਤੀ ਵਗੈਰਾ ਹੈਗਾ ਹੈ ਉਹ ਵੀ ਇਹਨਾਂ ਦਾ। ਇਹ ਹੁਣ ਜਦੋਂ ਇਹਨਾਂ ਨੇ ਕੀਤਾ ਹੋਇਆ ਹੈ ਉਹਦਾ 60,000 ਰੁਪਈਆ ਲੈ ਕੇ ਕਿਰਿਆਕਰਮ ਦੇ ਉੱਤੇ ਜਿਹੜਾ ਲਾਇਆ ਹੈ ਉਹਦਾ ਵੀ ਕਹਿਣ ਨੇ ਮੁਹੱਈਆ ਦਿੱਤਾ ਜੇ। ਹੋਰ ਚਲੋ ਜਿੱਦਾਂ ਕੋਈ ਪਾਰਟੀਆਂ ਕਿ ਪੋਲੀਟੀਕਲ ਪਾਰਟੀਆਂ ਉਹਦੇ ਕੋਈ ਨਹੀਂ ਪਾਰਟੀਆਂ ਫੋਨ ਵਗੈਰਾ ਕਰ ਦਿੰਦੇ ਆ ਜਾਂ ਵੋਟਾਂ ਮੰਗਣੀ ਆਉਂਦੇ ਆ, ਕੋਈ ਇਹ ਨਹੀਂ ਅਜੇ ਤੱਕ ਕੋਈ ਇਹਨਾਂ ਦੇ ਨਾਲ ਕੋਈ ਬਾਂਹ ਨਹੀਂ ਫੜੀ। ਕਿਸਾਨ ਸੰਘਰਸ਼ ਕਮੇਟੀ ਇਹਨਾਂ ਦੇ ਨਾਲ ਖੜੀ ਆ ਤੇ ਖੜੀ ਰਹੇਗੀ। ਜਿੰਨਾ ਵੀ ਯੋਗਦਾਨ ਹੋਇਆ ਅਸੀਂ ਇਹਨਾਂ ਦੇ ਨਾਲ ਕਰਾਂਗੇ, ਕਿਉਂਕਿ ਮੈਂ ਵੀ ਇੱਕ ਕਿਸਾਨ ਸੰਘਰਸ਼ ਕਮੇਟੀ ਦਾ ਆਗੂ ਹਾਂ ਤੇ ਇਹਨਾਂ ਦੇ ਨਾਲ ਖੜਾ ਹਾਂ। ਕਿਸਾਨ ਸੰਘਰਸ਼ ਕਮੇਟੀਆਂ ਵੱਲੋਂ ਕਹਿਣਾ ਹੈ ਕਿ ਅਸੀਂ ਇਹਨਾਂ ਦੇ ਨਾਲ ਖੜੇ ਹਾਂ ਤੇ ਨਾਲ ਖੜੇ ਰਵਾਂਗੇ। ਪਰ ਵੇਖਣ ਵਾਲੀ ਗੱਲ ਹੈ ਕਿ ਅੱਜ ਤੱਕ ਕਿਸੇ ਵੀ ਮੰਤਰੀ ਸੰਤਰੀ ਦਾ ਉਹਨਾਂ ਘਰ ਕੋਈ ਵੀ ਆਉਣ ਜਾਣ ਨਹੀਂ ਹੋਇਆ, ਕਿਸੇ ਨੇ ਆਣ ਕੇ ਹਾਲ ਨਹੀਂ ਪੁੱਛਿਆ ਕਿ ਇਹ ਕਿਸਾਨ ਜਿਹੜੇ ਨੇ ਉਹ ਕਿਸਾਨ ਨੇ ਜਿਨ੍ਹਾਂ ਕੋਲ ਅਸੀਂ ਵੋਟਾਂ ਲੈਂਦੇ ਹਾਂ, ਪਰ ਇਹ ਕਿਸਾਨ ਉਹ ਵੀ ਨੇ ਜਿਹੜੇ ਸਾਨੂੰ ਅੰਨਦਾਤੇ ਨੇ ਸਾਡੇ। ਪਰ ਵੇਖਣ ਵਾਲੀ ਗੱਲ ਹੈ ਕਿ ਵੇਖੋ ਇਹ ਉਹ ਕਿਸਾਨ ਨੇ ਜਿਹਨੇ ਲੋਕਾਂ ਨੂੰ ਰੋਟੀ ਦਿੰਦੇ ਨੇ, ਪਰ ਆਪਣੇ ਘਰ ਦੇ ਵਿੱਚ ਤੁਹਾਨੂੰ ਹਾਲਾਤ ਵਿਖਾਏ ਕਿ ਕਿਸ ਹਾਲਾਤ 'ਚ ਰਹਿ ਰਹੇ ਨੇ। ਉਹਨਾਂ ਨੇ ਦੱਸਿਆ ਕਿ ਬੱਤੀ ਦਾ ਬਿੱਲ ਵੀ ਜਿਹੜਾ ਪੈਂਡਿੰਗ ਪਿਆ ਹਲੇ ਤਰਨ ਵਾਲਾ ਆ, ਉਹੋ ਹੀ ਬਿੱਲਾਂ ਕਰਕੇ ਹੀ ਜਿਹੜਾ ਸਾਰਾ ਚੱਕਰ ਚੱਲਦਾ ਪਿਆ ਵਾ। ਕਿਸਾਨ ਜਿਹੜੇ ਨੇ ਧਰਨਿਆਂ ਦੇ ਬੈਠੇ ਨੇ ਕਿ ਸਾਨੂੰ ਕਿਤੇ ਬੰਬੀਆਂ ਦੇ ਬਿੱਲ ਦੁਬਾਰਾ ਨਾ ਲੱਗ ਜਾਣ, ਘਰਾਂ ਦੇ ਤਰਦੇ ਨਹੀਂ ਪਏ। ਪਰ ਵੇਖਣ ਵਾਲਾ ਗੱਲ ਹੋਏਗਾ ਆਉਣ ਵਾਲੇ ਸਮੇਂ 'ਚ ਕਿ ਸਰਕਾਰ ਕਿੱਦਾਂ ਦੇ ਫੈਸਲੇ ਲੈਂਦੀ ਹੈ ਇਹਨਾਂ ਲੋਕਾਂ ਨੂੰ ਲੈ ਕੇ, ਕਿਉਂਕਿ ਜਿੱਥੇ ਜਿੱਥੇ
ਕਿਸਾਨ ਕਿਤੇ ਝੁਕਦੇ ਨਹੀਂ ਨਜ਼ਰ ਆ ਰਹੇ, ਉੱਥੇ ਕੇਂਦਰ ਵੀ ਕਿਤੇ ਝੁਕਦੀ ਨਜ਼ਰ ਨਹੀਂ ਆ ਰਹੀ। ਆਉਣ ਵਾਲੇ ਸਮੇਂ 'ਚ ਹੀ ਦੇਖਣਾ ਪਏਗਾ ਕਿ ਕੇਂਦਰ ਇਹਨਾਂ ਚੀਜ਼ਾਂ ਨੂੰ ਵੇਖ ਕੇ, ਇਹਨਾਂ ਸ਼ਹਾਦਤਾਂ ਨੂੰ ਵੇਖ ਕੇ ਕਿੱਦਾਂ ਦੇ ਫੈਸਲੇ ਲੈਂਦੀ ਹੈ। ਤੁਸੀਂ ਜੁੜੇ ਰਹੋ ਇੱਦਾਂ ਹੀ ਪ੍ਰਾਈਮ ਉਹਦੇ ਨਾਲ, ਨਵੀਂ ਤੋਂ ਨਵੀਂ ਅਪਡੇਟ ਦਿੰਦੇ ਰਹਾਂਗੇ। ਅਜਨਾਲਾ ਤੋਂ ਜਗਜੀਤ ਸਿੰਘ ਦੀ ਰਿਪੋਰਟ।